ਕਈ ਵਾਰ ਅਸੀਂ ਪੈਸੇ ਦੇ ਗੁਮਾਨ ਵਿੱਚ, ਆਪਣੀਆਂ ਪੋਸਟਾਂ ਦੇ ਗੁਮਾਨ ਵਿੱਚ ਜਾਂ ਆਪਣੇ ਅਹੁਦਿਆਂ ਦੇ ਗੁਮਾਨ ਵਿੱਚ ਪਤਾ ਨਹੀਂ ਕਿਸ ਕਿਸ ਦਾ ਕੀ ਗੁਨਾਹ ਕਰੀ ਜਾਂਦੇ ਹਾਂ। ਅਸੀਂ ਉਸ ਪਰਮਾਤਮਾ ਤੋਂ ਡਰ ਜਾਂਦੇ ਹਾਂ। ਅਸੀਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੜ ਕੇ, ਉਹਨਾਂ ਦੇ ਨਿੱਜੀ ਲਾਈਫ ਦੇ ਵਿੱਚ ਵੜ ਕੇ ਉਹਨਾਂ ਦੀ ਪਰਸਨਲ ਜ਼ਿੰਦਗੀ ਨੂੰ ਖਰਾਬ ਕਰ ਦਿੰਦੇ ਹਾਂ, ਜਿਸ ਦਾ ਹਰਜਾਨਾ ਅਸੀਂ ਨਹੀਂ ਜਾਣਦੇ ਕਿ ਸਾਨੂੰ ਕੀ ਭੁਗਤਣਾ ਪਏਗਾ। ਉਹ ਰੱਬ ਸਾਰਾ ਕੁਛ ਦੇਖਦਾ ਹੈ, ਸਭ ਕੁਛ ਨੋਟ ਕਰਦਾ ਹੈ। ਤੁਸੀਂ ਬੇਸ਼ੱਕ ਜੋ ਮਰਜ਼ੀ ਕਰਦੇ ਰਹੋ, ਮਗਰ ਹਰ ਚੀਜ਼ ਜੋ ਹੈ ਉਹ ਦਰਜ ਹੋ ਜਾਂਦੀ ਹੈ। ਤੁਸੀਂ ਦੂਜੇ ਦੀ ਜ਼ਿੰਦਗੀ ਵਿੱਚ ਵੜ ਕੇ ਉਸ ਦਾ ਜੀਣਾ ਹਰਾਮ ਕਰ ਦਿੰਦੇ ਹੋ। ਤੁਹਾਨੂੰ ਇੰਨਾ ਹੰਕਾਰ ਹੋ ਜਾਂਦਾ ਹੈ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਤੁਸੀਂ ਕਿਸ ਰਿਸ਼ਤੇ ਨਾਲ ਕੀ ਕਰ ਰਹੇ ਹੋ। ਉਸ ਦੀ ਜੋ ਰਿਸ਼ਤੇ ਵਿੱਚ ਤੁਹਾਡੀ ਇੰਟਰਫੇਰੈਂਸ ਕਾਰਨ ਜਾਂ ਤੁਹਾਡੀ ਦਖਲ ਅੰਦਾਜ਼ੀ ਕਾਰਨ ਅਗਲੇ ਪਰਿਵਾਰ ਦੇ ਸੁੱਖ, ਚਾਅ, ਲਾਡ, ਜ਼ਿੰਦਗੀ ਨੂੰ ਜਿਉਣ ਦਾ ਮਕਸਦ, ਉਹਨਾਂ ਦਾ ਅੱਗੇ ਵਧਣ ਦਾ ਜੋ ਵੀ ਐਨਰਜੀ ਹੁੰਦੀ ਹੈ, ਉਸ ਨੂੰ ਤੁਹਾਡੀ ਇੰਟਰਫੇਰੈਂਸ ਕਰਕੇ ਉਹ ਖਤਮ ਹੋ ਜਾਂਦੀ ਹੈ। ਉਹ ਐਨਰਜੀ ਜਦੋਂ ਖਤਮ ਹੋ ਜਾਂਦੀ ਹੈ ਤਾਂ ਉਹਨਾਂ ਦਾ ਜੀਣ ਦਾ ਮਕਸਦ, ਜਾਂ ਕਹਿ ਲਓ ਉਹਨਾਂ ਦਾ ਅੱਗੇ ਵਧਣ ਦਾ ਮਕਸਦ ਜੋ ਹੈ, ਉਹਦੀ ਸਪੀਡ ਸਲੋ ਹੋ ਜਾਂਦੀ ਹੈ। ਤੁਸੀਂ ਦੂਜੇ ਦੇ ਪਰਿਵਾਰ ਵਿੱਚ ਵੜ ਕੇ ਉਹਨਾਂ ਨੂੰ ਜੀਣ ਦਾ ਮੌਕਾ ਨਹੀਂ ਦਿੰਦੇ। ਉਹਨਾਂ ਦੇ ਬੱਚਿਆਂ ਦੇ ਚਿਹਰੇ ਤੋਂ ਉਹਨਾਂ ਦੀ ਰੌਣਕ ਖੋਹ ਲੈਂਦੇ ਹੋ। ਉਹਨਾਂ ਦੇ ਚਿਹਰਿਆਂ 'ਤੇ ਜੋ ਬਚਪਨ ਸੀ ਉਹ ਖ਼ਤਮ ਕਰ ਦਿੰਦੇ ਹੋ। ਉਸ ਪਰਿਵਾਰ ਦੇ ਮੁਖੀ ਦੇ ਪਿੱਛੇ ਪੈ ਕੇ ਤੁਸੀਂ ਉਸ ਦਾ ਵੀ ਜ਼ਿੰਦਗੀ ਦਾ ਮਕਸਦ ਜੋ ਹੈ ਉਹ ਖ਼ਤਮ ਕਰ ਦਿੰਦੇ ਹੋ। ਉਹ ਮਕਸਦ ਕਿੰਨਾ ਵੱਡਾ ਸੀ ਤੁਸੀਂ ਕੀ ਜਾਣਦੇ ਹੋ। ਤੁਸੀਂ ਅਗਲੇ ਦੀ ਜ਼ਿੰਦਗੀ ਵਿੱਚ ਵੜ ਕੇ ਉਸ ਦੇ ਲੱਖਾਂ ਦੇ ਨੁਕਸਾਨ ਵੀ ਕਰ ਦਿੰਦੇ ਹੋ। ਉਸ ਦੀ ਭਰਪਾਈ ਜੋ ਕਿ ਉਹ ਕਦੇ ਵੀ ਨਹੀਂ ਪੂਰੀ ਕਰ ਸਕਦਾ। ਤੁਹਾਨੂੰ ਹਰ ਕੋਈ ਰਿਸ਼ਤਾ ਕਹਿੰਦਾ ਵੀ ਹੋਏਗਾ ਕਿ ਇਹ ਸਭ ਠੀਕ ਨਹੀਂ, ਮਗਰ ਤੁਹਾਨੂੰ ਇਹ ਸਮਝ ਨਹੀਂ ਆਉਂਦੀ। ਤੁਸੀਂ ਆਪਣੀ ਰਫਤਾਰ ਦੇ ਨਾਲ ਵੱਧਦੇ ਰਹਿੰਦੇ ਹੋ। ਇੱਕ ਸਾਲ, ਇੱਕ ਦਿਨ, 2 ਦਿਨ, 4 ਦਿਨ ਚਲੋ ਮੰਨਿਆ, ਤੁਸੀਂ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ, ਮਗਰ ਇਹ ਨਹੀਂ ਹੁੰਦਾ ਕਿ ਤੁਸੀਂ ਸਾਲਾਂ ਬੱਧੀ ਅਗਲੇ ਦੇ ਪਰਿਵਾਰ ਦੇ ਵਿੱਚ ਬੜੇ ਰਹੋ ਅਤੇ ਅਗਲੇ ਨੂੰ ਨੁਕਸਾਨ ਪਹੁੰਚਾਉਂਦੇ ਰਹੋ। 10 ਸਾਲ ਨਹੀਂ, 15 ਸਾਲ ਨਹੀਂ, 20 ਸਾਲ ਨਹੀਂ, 25 ਸਾਲ ਲੰਘ ਜਾਂਦੇ ਹਨ, ਮਗਰ ਤੁਸੀਂ ਆਪਣੀ ਰਫਤਾਰ ਨਹੀਂ ਰੋਕਦੇ। ਤੁਹਾਡੇ ਕਰਕੇ ਅਗਲਾ ਪਰਿਵਾਰ ਅੱਜ, ਜੇਕਰ ਤੁਸੀਂ ਉਹਨਾਂ ਦੀ ਜ਼ਿੰਦਗੀ ਵਿੱਚ ਨਾ ਬੜੇ ਹੁੰਦੇ ਤਾਂ ਉਹ ਕਿਤੇ ਦਾ ਕਿਤੇ ਹੁੰਦਾ, ਮਗਰ ਤੁਸੀਂ ਉਹਨਾਂ ਦੀ ਜ਼ਿੰਦਗੀ ਵਿੱਚ ਵੜ ਕੇ ਉਹਨਾਂ ਨੂੰ ਮਿੱਟੀ ਕਰ ਦਿੰਦੇ ਹੋ। ਤੁਹਾਨੂੰ ਸਿਰਫ ਇੱਕ ਆਪਣੇ ਪੈਸੇ ਦਾ, ਆਪਣੇ ਅਹੁਦਿਆਂ ਦਾ ਹੰਕਾਰ ਹੁੰਦਾ ਹੈ। ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਗਲੇ ਇਨਸਾਨ ਦੇ ਵੀ ਕੋਈ ਨਾ ਕੋਈ ਚਾਅ, ਲਾਡ ਜਾਂ ਸੁਪਨੇ ਹੁੰਦੇ ਹਨ। ਉਹਨਾਂ ਦਾ ਵੀ ਬੱਚਿਆਂ ਦਾ ਅੱਗੇ ਕੋਈ ਨਾ ਕੋਈ ਮਕਸਦ ਹੁੰਦਾ ਹੈ। ਜਦੋਂ ਅਗਲਾ ਬੰਦਾ ਤੁਹਾਡੇ ਪਰਿਵਾਰ ਵਿੱਚ ਨਹੀਂ ਵੜਦਾ, ਤੁਹਾਡੇ ਦੁੱਖ ਤਕਲੀਫ ਦੇ ਵਿੱਚ ਨਾਲ ਖੜਦਾ ਹੈ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਦਿੰਦਾ, ਫਿਰ ਤੁਸੀਂ ਅਗਲੇ ਦੇ ਪਰਿਵਾਰ ਵਿੱਚ ਰਾਤ ਦਿਨ ਕਿਉਂ ਬੜੇ ਰਹਿੰਦੇ ਹੋ। ਤੁਹਾਡੀ ਕੀ ਦਿਲਚਸਪੀ ਹੈ, ਤੁਹਾਡਾ ਕੀ ਮਕਸਦ ਹੈ। ਤੁਹਾਡੀਆਂ ਇੰਨੀਆਂ ਉਮਰਾਂ ਹੋ ਗਈਆਂ, ਮਗਰ ਤੁਹਾਨੂੰ ਫਿਰ ਵੀ ਅਕਲ ਕਿਉਂ ਨਹੀਂ ਆਉਂਦੀ। ਹੁਣ ਜੋ ਅਗਲਾ ਪਰਿਵਾਰ ਇੰਨੇ ਵੱਡੇ ਨੁਕਸਾਨ ਸਹਿ ਚੁੱਕਿਆ ਹੈ, ਉਹ ਕਿਵੇਂ ਪੂਰੇ ਹੋਣਗੇ। ਉਹ ਕਦੇ ਵੀ ਪੂਰੇ ਨਹੀਂ ਹੋਣੇ। ਉਹਨਾਂ ਦੀ ਜੋ ਘਾਟਾ ਪਿਆ ਹੈ, ਜਾਂ ਉਹਨਾਂ ਦੀ ਜੋ ਉਮਰ ਲੰਘੀ ਹੈ, ਉਸ ਦੇ ਵਿੱਚ ਜੋ ਕੁਛ ਪਹਿਲਾਂ ਹੋ ਸਕਦਾ ਸੀ ਉਹ ਹੁਣ ਕਿਵੇਂ ਹੋਏਗਾ। ਉਹ ਸਾਰਾ ਘਾਟਾ ਨਾ ਤੁਸੀਂ ਪੂਰਾ ਕਰ ਸਕਦੇ ਹੋ, ਨਾ ਕੋਈ ਹੋਰ ਪੂਰਾ ਕਰ ਸਕਦਾ ਹੈ। ਮਗਰ ਤੁਹਾਨੂੰ ਕੁਦਰਤ ਨੇ ਕਈ ਵਾਰੀ ਮੌਕਾ ਦਿੰਦੀ ਹੈ ਕਿ ਆਪਣੇ ਗੁਨਾਹਾਂ ਦੀ ਜੋ ਹੈ ਤੁਸੀਂ ਮਾਫੀ ਮੰਗ ਲਵੋ, ਜਾਂ ਆਪਣੇ ਗੁਨਾਹ ਜੋ ਅੱਗੇ ਕਰਦੇ ਆ ਰਹੇ ਹੋ ਉਸ ਦੇ ਵਿੱਚ ਰੁਕ ਜਾਵੋ। ਮਗਰ ਤੁਹਾਨੂੰ ਕੁਦਰਤ ਕਈ ਵਾਰੀ
ਤੁਹਾਨੂੰ ਕੁਦਰਤ ਕਈ ਵਾਰੀ ਇਸ਼ਾਰੇ ਵੀ ਕਰਦੀ ਹੈ, ਮਗਰ ਤੁਸੀਂ ਫਿਰ ਵੀ ਨਹੀਂ ਸਮਝਦੇ। ਤੁਸੀਂ ਫਿਰ ਵੀ ਆਪਣੀ ਰਫਤਾਰ ਨਾਲ ਚੱਲੇ ਰਹਿੰਦੇ ਹੋ। ਸਿਰਫ ਤੁਹਾਡਾ ਆਪਣਾ ਹੀ ਜੀਣਾ ਨਹੀਂ ਹੁੰਦਾ, ਤੁਸੀਂ ਆਪਣੇ ਪਰਿਵਾਰ ਵਿੱਚ ਜੀਓ, ਆਪਣੇ ਬੱਚਿਆਂ ਵਿੱਚ ਜੀਓ, ਉਹਨਾਂ ਦੇ ਚਾਅ ਲਾਡ ਪੂਰੇ ਕਰੋ, ਉਹਨਾਂ ਦੇ ਵਿੱਚ ਖੁਸ਼ੀਆਂ ਵੰਡੋ। ਤੁਸੀਂ ਦੂਜੇ ਦੇ ਪਰਿਵਾਰ ਵਿੱਚ ਵੜ ਕੇ ਉਹਨਾਂ ਦੀਆਂ ਖੁਸ਼ੀਆਂ ਕਿਉਂ ਨਾਸ਼ ਕਰਦੇ ਹੋ? ਉਹਨਾਂ ਦੇ ਵਿੱਚ ਵੜ ਕੇ ਉਹਨਾਂ ਦਾ ਜੋ ਵੀ ਤੀਜ ਤਿਉਹਾਰ ਜਾਂ ਉਹਨਾਂ ਦਾ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮਕਸਦ ਹੁੰਦਾ ਹੈ, ਉਸ ਦੇ ਵਿੱਚ ਤੁਹਾਡਾ ਕੀ ਰੋਲ ਹੈ? ਜਦੋਂ ਕੁਛ ਤੁਸੀਂ ਲੈਣਾ ਨਹੀਂ ਦੇਣਾ ਨਹੀਂ, ਤੁਸੀਂ ਸਿਰਫ ਗੱਲਾਂ ਨਾਲ ਹੀ ਅਗਲੇ ਪਰਿਵਾਰ ਨੂੰ ਖ਼ਤਮ ਕਰ ਦਿੰਦੇ ਹੋ। ਤੁਹਾਡੀ ਤਾਂ ਉਹ ਹਾਲਤ ਹੈ ਜਿਵੇਂ ਇੱਕ ਦਰੱਖਤ ਦੇ ਉੱਪਰ ਇੱਕ ਅਮਰ ਬੇਲ ਚੜ੍ਹੀ ਹੁੰਦੀ ਹੈ। ਉਹ ਦਰੱਖਤ ਜਿੰਨਾ ਮਰਜ਼ੀ ਮਜ਼ਬੂਤ ਹੋਵੇ, ਮਗਰ ਅਮਰ ਬੇਲ ਜੋ ਹੈ ਉਸ ਨੂੰ ਹੌਲੀ ਹੌਲੀ ਖ਼ਤਮ ਕਰਕੇ ਸੁਕਾ ਦਿੰਦੀ ਹੈ। ਇਸੇ ਤਰੀਕੇ ਨਾਲ ਤੁਸੀਂ ਦੂਜੇ ਪਰਿਵਾਰ ਦੇ ਸਦੱਸਿਆ ਦੇ ਨਾਲ ਜਾਂ ਰਿਸ਼ਤੇ ਦੇ ਨਾਲ ਤੁਸੀਂ ਮਿੱਠੀਆਂ ਗੱਲਾਂ ਕਰਕੇ ਉਸ ਪਰਿਵਾਰ ਦੀ ਜੋ ਜਾਨ ਹੈ ਉਸ ਨੂੰ ਖ਼ਤਮ ਕਰ ਦਿੰਦੇ ਹੋ। ਤੁਹਾਡਾ ਇਹ ਗੱਲ ਨਹੀਂ ਸਮਝ ਆਉਂਦੀ ਕਿ ਜਦੋਂ ਤੁਹਾਡਾ ਪਰਿਵਾਰ ਦੇ ਵਿੱਚ ਦੂਜਾ ਪਰਿਵਾਰ ਇੰਟਰਫੇਅਰ ਨਹੀਂ ਕਰਦਾ, ਤੁਹਾਡੇ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਤੰਗ ਪਰੇਸ਼ਾਨ ਜਾਂ ਤੁਹਾਡੇ ਮਕਸਦ ਵਿੱਚ ਵਿਘਨ ਨਹੀਂ ਪਾਉਂਦਾ, ਤਾਂ ਤੁਸੀਂ ਅਗਲੇ ਪਰਿਵਾਰ ਵਿੱਚ ਕਿਉਂ ਰਾਤ ਦਿਨ ਬੜੇ ਰਹਿੰਦੇ ਹੋ? ਅਗਲੇ ਪਰਿਵਾਰ ਦੇ ਵੀ ਚਾਅ ਲਾਡ ਹੁੰਦੇ ਹਨ, ਉਹਨਾਂ ਦੀ ਵੀ ਕੋਈ ਜ਼ਿੰਦਗੀ ਹੁੰਦੀ ਹੈ, ਮਗਰ ਤੁਸੀਂ ਲੋਕ ਆਪਣੇ ਪਤਾ ਨਹੀਂ ਕਿਸ ਤਰ੍ਹਾਂ ਦੇ ਹੰਕਾਰ ਦੇ ਵਿੱਚ ਜਾਂ ਕਿਸ ਤਰ੍ਹਾਂ ਦੀ ਤੁਹਾਡੀ ਪਰਵਰਿਸ਼ ਹੋਈ ਹੈ ਕਿ ਤੁਸੀਂ ਅਗਲੇ ਪਰਿਵਾਰ ਦੇ ਚਾਅ ਲਾਡ ਖ਼ਤਮ ਕਰ ਦਿੰਦੇ ਹੋ। ਅਤੇ ਕਈ ਵਾਰੀ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਇਸ਼ਾਰੇ ਵੀ ਹੋਏ ਹਨ, ਮਗਰ ਉਸ ਦੇ ਬਾਵਜੂਦ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਅਗਲੇ ਪਰਿਵਾਰ ਦਾ ਜੋ ਦੁੱਖ ਹੈ, ਤਕਲੀਫ ਹੈ, ਪਰੇਸ਼ਾਨੀ ਹੈ, ਉਹ ਕਿੰਨੀ ਵੱਧਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਜੋ ਨੁਕਸਾਨ ਹੋਏਗਾ ਉਸ ਦੀ ਭਰਪਾਈ ਕੌਣ ਕਰੇਗਾ? ਮਗਰ ਤੁਸੀਂ ਲੋਕ ਢੀਠ ਹੋ, ਤੁਸੀਂ ਬੇਸ਼ਰਮ ਹੋ, ਤੁਹਾਨੂੰ ਸਮਝ ਨਹੀਂ ਆਉਂਦੀ। ਤੁਹਾਨੂੰ ਕੁਦਰਤ ਕਈ ਤਰੀਕੇ ਨਾਲ ਸਮਝਾਉਂਦੀ ਆਈ, ਮਗਰ ਤੁਸੀਂ ਨਹੀਂ ਸਮਝ ਆਉਂਦੇ। ਤੁਸੀਂ ਆਪਣੀ ਟੌਰ ਟੱਪੇ, ਆਪਣਾ ਜੋ ਵੀ ਤੁਹਾਡਾ ਪੈਸਾ ਹੈ ਜਾਂ ਜੋ ਵੀ ਤੁਹਾਡਾ ਰਸੋਖ ਹੈ ਉਸ ਨੂੰ ਆਪਣੇ ਘਰ ਵਿੱਚ ਰੱਖੋ। ਤੁਹਾਨੂੰ ਉਸ ਨੂੰ ਦੂਜੇ ਰਿਸ਼ਤਿਆਂ ਦੇ ਉੱਪਰ ਉਸ ਦਾ ਰੋਹਬ ਝਾੜਨ ਦੀ ਕੋਈ ਲੋੜ ਨਹੀਂ। ਤੁਸੀਂ ਨਹੀਂ ਜਾਣਦੇ ਉਸ ਪਰਮਾਤਮਾ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ। ਜਦੋਂ ਉਹ ਪਰਮਾਤਮਾ ਆਪਣੀ ਆਈ 'ਤੇ ਆ ਜਾਵੇ ਤਾਂ ਉਹ ਲੱਖਾਂ ਨੂੰ ਕੱਖਾਂ ਦੇ ਵਿੱਚ ਅਤੇ ਕੱਖਾਂ ਨੂੰ ਲੱਖਾਂ ਦੇ ਵਿੱਚ ਕਰ ਦਿੰਦਾ ਹੈ, ਮਗਰ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੇ ਕਿਉਂਕਿ ਤੁਹਾਡੀ ਪਰਵਰਿਸ਼ ਹੀ ਕਿਸੇ ਹੋਰ ਤਰੀਕੇ ਦੇ ਨਾਲ ਹੋਈ ਹੈ। ਤੁਸੀਂ ਅਗਲੇ ਪਰਿਵਾਰ ਦੇ ਵਿੱਚ ਵੜ ਕੇ ਉਸ ਨੂੰ ਮਿੱਟੀ ਕਰ ਦਿੰਦੇ ਹੋ, ਮਗਰ ਤੁਹਾਨੂੰ ਨਹੀਂ ਸਮਝ ਆਉਂਦੀ ਤੁਸੀਂ ਕੀ ਕਰ ਰਹੇ ਹੋ। ਅਗਲੇ ਪਰਿਵਾਰ ਦੇ ਵੀ ਜੀਆਂ ਦੇ ਆਪਣੇ ਚਾਅ ਨੇ, ਲਾਡ ਨੇ, ਉਹਨਾਂ ਨੇ ਵੀ ਕਿਤੇ ਘੁੰਮਣਾ ਹੈ, ਆਉਣਾ ਹੈ, ਜਾਣਾ ਹੈ, ਉਹਨਾਂ ਨੇ ਵੀ ਕੋਈ ਸੁੱਖ ਦਾ ਸਾਹ ਲੈਣਾ ਹੈ ਜਾਂ ਅੱਗੇ ਉਹਨਾਂ ਦਾ ਜੋ ਵੀ ਜ਼ਿੰਦਗੀ ਦਾ ਮਕਸਦ ਹੈ ਉਸ ਨੂੰ ਪੂਰਾ ਕਰਨਾ ਹੈ। ਹੁਣ ਜੋ ਦੂਜੇ ਦੇ ਪਰਿਵਾਰ ਵਿੱਚ ਤੁਹਾਡੇ ਵੜਨ ਕਰਕੇ ਇੰਨੇ ਘਾਟੇ ਹੋਏ ਹਨ, ਇੰਨੇ ਨੁਕਸਾਨ ਹੋਏ ਹਨ ਜਾਂ ਉਹਨਾਂ ਦੀ ਇੱਜ਼ਤ ਮਾਣ ਮਰਿਆਦਾ ਦੇ ਵਿੱਚ ਨੁਕਸਾਨ ਹੋਇਆ ਹੈ, ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਮਾਨਸਿਕ ਤੌਰ 'ਤੇ, ਹੋਰ ਵੀ ਕਈ ਤਰ੍ਹਾਂ ਦੇ ਜੋ ਨੁਕਸਾਨ ਹੋਏ ਹਨ, ਉਹਨਾਂ ਦੀ ਭਰਪਾਈ ਕੌਣ ਕਰੇਗਾ ਦੱਸੋ? ਮਗਰ ਤੁਹਾਨੂੰ ਰੱਬ ਦਾ ਡਰ ਭੁੱਲ ਚੁੱਕਿਆ ਹੈ। ਇਸ ਲਈ ਹਾਲੇ ਵੀ ਸਮਾਂ ਹੈ, ਸਮਝ ਜਾਓ। ਤੁਸੀਂ ਇਹ ਸਭ ਨਾ ਕਰੋ। ਤੁਸੀਂ ਆਪਣੇ ਪਰਿਵਾਰ ਵਿੱਚ ਖੁਸ਼ ਰਹੋ, ਦੂਜੇ ਪਰਿਵਾਰ ਨੂੰ ਆਪਣੀਆਂ ਖੁਸ਼ੀਆਂ ਮਾਣਨ ਦਿਓ। ਇਸ ਲਈ ਮੇਰੀ ਬੇਨਤੀ ਹੈ ਕਿ ਐਸੇ ਲੋਕ ਜੋ ਆਪਣੇ ਅਲੱਗ ਪਾਵਰਾਂ ਕਰਕੇ ਦੂਜੇ ਪਰਿਵਾਰਾਂ ਦੇ ਵਿੱਚ ਇੰਟਰਫੇਅਰ ਕਰਕੇ ਦੂਜੇ ਨੂੰ ਦੁਖੀ ਅਤੇ ਪਰੇਸ਼ਾਨ ਕਰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਜਿਹਾ ਕੰਮ ਨਾ ਕਰਨ। ਅਗਲੀ ਗੱਲ ਇਹ ਹੈ ਕਿ ਉਹਨਾਂ ਬੱਚਿਆਂ ਨੇ ਤੁਹਾਡਾ ਕੀ ਵਿਗਾੜਿਆ ਹੈ ਜੋ ਕਿ ਹਾਲੇ ਅੱਗੇ ਵਧ ਰਹੇ ਹਨ। ਤੁਸੀਂ ਅਗਲੇ ਦੇ ਕੰਮ ਦੇ ਵਿੱਚ ਤਾਂ ਨੁਕਸਾਨ ਜੋ ਕਰਨੇ ਸੀ ਕਰ ਦਿੱਤੇ, ਤੁਸੀਂ ਅੱਗੇ ਬੱਚਿਆਂ ਦੀ ਜ਼ਿੰਦਗੀ ਕਿਉਂ ਨੁਕਸਾਨ ਕਰ ਰਹੇ ਹੋ? ਇਸ ਲਈ ਤੁਸੀਂ ਆਪਣੇ ਘਰ ਬੈਠੋ, ਆਪਣੀ
ਕਿਵੇਂ ਕਹਿੰਦੇ ਹੁੰਦੇ ਨੇ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਅਤੇ ਫਿਰ ਦੂਜੇ ਦੇ ਘਰ ਵਿੱਚ ਵੜੋ। ਇਸ ਲਈ ਆਪਣੇ ਘਰਾਂ ਦੇ ਵਿੱਚ ਟਿਕ ਰਹੋ, ਲੰਬਾ ਸਮਾਂ ਗੈਪ ਰੱਖੋ। ਫਿਰ ਕਦੇ ਕੋਈ ਵਿਆਹ ਸ਼ਾਦੀ ਜਾਂ ਕੋਈ ਹੋਰ ਮੌਕਾ ਕੋਈ ਵੱਡਾ ਆਉਂਦਾ ਹੈ ਤਾਂ ਇਕੱਠੇ ਹੋਵੋ, ਦੂਜੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਜੀਣ ਦਿਓ, ਉਹਨਾਂ ਨੂੰ ਅੱਗੇ ਵਧਣ ਦਿਓ। ਧੰਨਵਾਦ।